ਕੱਲ ਸਿਰਫ ਕੱਲ ਦੀ ਘਟਨਾ ਨਹੀਂ ਮਹਿਜ਼ ਉਸ ਤੋਂ ਪਹਿਲਾਂ ਇੱਕ ਪੂਰਾ ਮਾਹੌਲ ਸਿਰਜਿਆ ਗਿਆ। ਦੇਖੋ ਹਮਲਾ ਤਲਵਾਰ ਨਾਲ ਵੀ ਹੁੰਦਾ ਹੈ, ਹਮਲਾ ਬੰਦੂਕ ਨਾਲ ਵੀ ਹੁੰਦਾ, ਕਿਸੇ ਵੀ ਹਥਿਆਰ ਨਾਲ ਹੋ ਸਕੇ। ਤਾਂ ਇੱਥੇ ਉਹਨਾਂ ਨੇ ਕਾਰਾਂ ਨੂੰ ਹਥਿਆਰ ਵਜੋਂ ਵਰਤਿਆ ਤੇ ਇਹ ਇੱਕ ਹਮਲਾ ਆ। ਤਾਂ ਇਹ ਜਿਹੜਾ ਨਿਜ਼ਾਮ ਭਾਰਤ ਦਾ ਆ ਉਹ ਸਿੱਖਾਂ ਨੂੰ ਲਗਾਤਾਰ ਸਿੱਖਾਂ ਦਾ ਕਤਲੇਆਮ ਕਰਦਾ ਆ ਰਿਹਾ। ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ। ਉਹ ਕਿਸੇ ਹਿੰਸਾ 'ਚ ਨਹੀਂ ਗਿਣੀ ਜਾਂਦੀ। ਉਲਟਾ ਕਿਸਾਨ ਆ ਜਿਹੜੇ ਉਹਨਾਂ ਨੂੰ ਹੀ ਬਦਨਾਮ ਕਰਨ ਵਾਸਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਨਾਮ ਆ ਉਹ ਦਿੱਤੇ ਜਾ ਰਹੇ ਆ। ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਬਦਨਾਮੀ ਵਾਲੇ ਟੈਗ ਆ ਜਿਹੜੇ ਉਹ ਦਿੱਤੇ ਜਾਂਦੇ ਆ। ਹਰਿਆਣਾ ਦਾ ਮੁੱਖ ਮੰਤਰੀ ਆ ਮਨੋਹਰ ਲਾਲ ਖੱਟਰ ਸ਼ਰੇਆਮ ਕਹਿ ਰਿਹਾ ਵੀ ਜਿਹੜੇ ਕਿਸਾਨ ਵਿਰੋਧ ਕਰਦੇ ਆ ਉਹਨਾਂ ਦੇ ਵਿਰੁੱਧ ਉਹ ਆਪਦੇ ਸਮਰਥਕਾਂ ਨੂੰ ਡੰਡੇ ਸੋਟੀਆਂ ਚੁੱਕ ਕੇ ਉਹਨਾਂ ਦਾ ਮੁਕਾਬਲਾ ਕਰਨ ਲਈ ਕਹਿ ਰਿਹਾ। ਇੱਥੋਂ ਤੱਕ ਉਹਨਾਂ ਨੂੰ ਖੁੱਲ੍ਹ ਦੇ ਰਿਹਾ ਕਿ ਤੁਹਾਡੀਆਂ ਜਿਹੜੀਆਂ ਜ਼ਮਾਨਤਾਂ ਗੀਆਂ ਉਹ ਵੀ ਭਾਜਪਾ ਸਰਕਾਰ ਆ ਜਿਹੜੀ ਉਹ ਕਰਾਊਗੀ। ਤਾਂ ਸਾਡੇ ਵਾਸਤੇ ਬੜੀ ਚਿੰਤਾ ਵਾਲੀ ਗੱਲ ਹੈ ਕਿ ਜਿਹੜਾ ਪੰਜਾਬ ਆ ਸਭ ਤੋਂ ਵੱਧ ਜਿਹੜੀਆਂ ਸ਼ਹੀਦੀਆਂ ਗੀਆਂ ਉਹ ਵੀ ਜਿਹੜੇ ਸਿੱਖਾਂ ਦੇ ਪੁੱਤ ਆ ਉਹ ਜਦੋਂ ਆਪਦੀ ਜਾਨ ਤਲੀ ਤੇ ਧਰ ਕੇ ਉੱਥੇ ਅੰਦੋਲਨ ਲਈ, ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੀ ਟੱਕਰ ਆ ਉਹਨਾਂ ਦੀ ਲੜਾਈ ਆ, ਜਿਹੜੀ ਉਹਨਾਂ ਦੇ ਦਿਮਾਗ ਤੇ ਜਿਹੜੀ ਪਿੱਠ ਵਰਤੀ ਤੇ ਜਿਹੜੀ ਸਥਿਤੀ ਚੱਲ ਰਹੀ ਹੈ, ਇੱਕ ਜਿਹੜਾ ਲੰਮਾ ਇਤਿਹਾਸ ਹੈ ਉਹਨੂੰ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਚੱਲ ਰਹੇ ਆ। ਤੇ ਇਸੇ ਇਤਿਹਾਸ ਨੂੰ ਭਾਵੇਂ 84 ਦੀ ਗੱਲ ਕਰ ਲਈਏ, ਸੰਤ ਭਿੰਡਰਾਂਵਾਲੇ ਦੀ ਗੱਲ ਕਰ ਲਈਏ, ਉਹਨਾਂ ਦੇ ਭਾਰੀ ਤਾਂ ਉਹ ਦਿੱਲੀ ਨਾਲ ਸਿੱਧੀ ਟੱਕਰ ਲੈ ਰਹੇ ਆ। ਤੇ ਉਸ ਟੱਕਰ ਦੇ ਵਿੱਚ ਹਾਲੇ ਤੱਕ ਅਸੀਂ ਸਰਕਾਰ ਦਾ ਕੋਈ ਖਾਸ ਨੁਕਸਾਨ ਕਰਨ 'ਚ ਕਾਮਯਾਬ ਨਹੀਂ ਹੋ ਪਾਏ। ਪਰ ਸਾਡੇ ਜਿਹੜੇ ਆ ਪਹਿਲਾ ਜਿਹੜਾ ਜਿਹਨੂੰ ਅਸੀਂ ਸਿੱਖ ਸ਼ਹੀਦ ਮੰਨਦੇ ਆ ਅੰਦੋਲਨ ਦਾ, ਨਵਰੀਤ ਸਿੰਘ, ਬੜੀ ਬੇਦਰਦੀ ਨਾਲ ਉਹਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਹੁਣ ਅਸੀਂ ਜਦੋਂ ਦੇਖਦੇ ਹਾਂ ਕਿ ਉੱਤਰਾਖੰਡ ਦੇ ਵਿੱਚ ਜਿੱਥੇ ਸਿੱਖਾਂ ਦੀ ਆਬਾਦੀ ਮਹਿਜ਼ 6 ਲੱਖ ਦੇ ਆਸ-ਪਾਸ ਆ ਤੇ ਉੱਥੇ ਵੀ ਕਿਸਾਨ ਅੰਦੋਲਨ ਚੱਲ ਰਿਹਾ, ਪਰ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਵਿੱਚ ਚਾਰੇ ਦੇ ਚਾਰੇ ਆ ਜਿਹੜੇ ਉਹ ਸਿੱਖ ਚਿਹਰੇ ਆ। ਤਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਜਿਹੜੇ ਸਿੱਖ ਆ ਇਸ ਲੜਾਈ ਨੂੰ ਕਿਸ ਤਰੀਕੇ ਨਾਲ ਲੈ ਰਹੇ ਆ, ਕਿਸ ਤਰੀਕੇ ਨਾਲ ਉਹ ਇਸ ਲੜਾਈ ਨੂੰ ਲੜ ਰਹੇ ਆ। ਪਰ ਉਹਨਾਂ ਦੀਆਂ ਉਮੀਦਾਂ ਦੇ ਮੁਤਾਬਕ ਕਿ ਸਾਡੀ ਧਿਰ ਹੈ ਜਿਹੜੀ ਉਹ ਇਸ ਲੜਾਈ ਨੂੰ ਲੜ ਰਹੀ ਆ ਜਾਂ ਨਹੀਂ ਲੜ ਰਹੀ। ਉਹ ਨੌਜਵਾਨਾਂ ਦੇ ਅੰਦਰ ਜਿਹੜੇ ਜਜ਼ਬੇ ਉੱਬਲ ਰਹੇ ਆ ਉਸ ਦੇ ਮੁਤਾਬਕ ਜਿਹੜੀ ਸਾਡੀ ਲੀਡਰਸ਼ਿਪ ਆ, ਜਿਹੜੇ ਫੈਸਲੇ ਆ, ਜਿਵੇਂ ਕਿ ਹੁਣ ਫੈਸਲਾ ਲਿਆ ਗਿਆ ਸੀ ਕਿ ਭਾਜਪਾ ਦੇ ਮੰਤਰੀ ਦਾ ਮੁੰਡਾ ਸਾਡੇ ਭਰਾ ਜਿਹੜੇ ਉਹਨਾਂ ਦੇ ਗੱਡੀ ਚੜਾ ਦਿੰਦਾ ਤੇ ਅਸੀਂ ਡੀਸੀ ਦਫ਼ਤਰਾਂ ਨੂੰ ਪੰਜਾਬ ਦੇ ਵਿੱਚ ਘੇਰਦੇ ਫਿਰੀਏ। ਤਾਂ ਇੱਥੇ ਇਹ ਸੋਚਣ ਵਾਲੀ ਗੱਲ ਹੈ ਵੀ ਉਹ ਜਿਹੜੇ ਸਾਡੇ ਜਜ਼ਬੇ ਆ ਉਹਨਾਂ ਦਾ ਕਿਤੇ ਗਲਤ ਇਸਤੇਮਾਲ ਤਾਂ ਨਹੀਂ ਹੋ ਰਿਹਾ। ਕੋਈ ਧਿਰ ਹੈ ਜਿਹੜੀ ਸਿਰਫ ਆਪਦੀ ਰਾਜਨੀਤੀ ਚਮਕਾਉਣ ਵਾਸਤੇ ਸਾਡੇ ਜਜ਼ਬਿਆਂ ਦਾ ਫਾਇਦਾ ਤਾਂ ਨਹੀਂ ਉਠਾ ਰਹੀ। ਤਾਂ ਹੁਣ ਇੱਥੇ ਜਿਹੜਾ ਵਿਦਿਆਰਥੀ ਵਰਗ ਹੁੰਦਾ ਉਹਦੇ ਮੋਢਿਆਂ ਤੇ ਸਮਾਜ ਨੂੰ ਸਿਰਜਣ ਦੀ, ਨਵੇਂ ਸਮਾਜ ਨੂੰ ਸਿਰਜਣ ਦੀ ਜ਼ਿੰਮੇਵਾਰੀ ਹੁੰਦੀ ਆ। ਤੇ ਇੱਥੇ ਆਪਾਂ ਜਿਹੜੇ ਸਾਰੇ ਵਿਦਿਆਰਥੀ ਇਕੱਠੇ ਹੋਏ ਆ ਉਹ ਇਸੇ ਗੱਲ ਕਰਕੇ ਹੋਏ ਆ ਕਿ ਇੱਥੋਂ ਇਹ ਚਰਚਾ ਚੱਲੇ ਕਿ ਜਿਹੜਾ ਕਿਸਾਨ ਅੰਦੋਲਨ ਆ ਇਹ ਕਿੱਧਰ ਨੂੰ ਜਾ ਰਿਹਾ, ਜਿਹੜੀ ਇਹਦੀ ਦਿਸ਼ਾ ਤੈਅ ਕੀਤੀ ਜਾ ਰਹੀ ਆ ਕਿ ਉਹ ਪੰਜਾਬ ਦੇ ਖਾਸ ਕਰਕੇ ਸਿੱਖਾਂ ਦੇ ਜਜ਼ਬਿਆਂ ਦੇ ਅਨੁਕੂਲ ਹੈ, ਕਿ ਉਸ ਨਾਲ ਅਸੀਂ ਇਸ ਅੰਦੋਲਨ ਦੇ ਵਿੱਚੋਂ ਕੋਈ ਪੋਜੀਟਿਵ ਰਿਜ਼ਲਟ ਹੈ ਜਿਹੜਾ ਉਹ ਕੱਢ ਸਕਾਂਗੇ। ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਤੇ ਇਸ ਅੰਦੋਲਨ ਦੀ ਮਜ਼ਬੂਤੀ ਲਈ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ। ਉਸੇ ਤੇ ਹੀ ਅਸੀਂ ਹੁਣ ਗੱਲਬਾਤ ਕਰਨੀ ਸ਼ੁਰੂ ਕਰ ਰਹੇ ਹਾਂ। ਕੋਈ ਵੀ ਵੀਰ ਭਰਾ ਜਿਹੜਾ ਇਸ ਗੱਲਬਾਤ ਦੇ ਵਿੱਚ ਹਿੱਸਾ ਪਾਉਣਾ ਚਾਹੁੰਦਾ ਉਹ ਸਾਡੇ ਤੱਕ ਪਹੁੰਚ ਕਰਕੇ ਆਪਦਾ ਨਾਂ ਲਿਖਾ ਸਕਦਾ, ਆਪਦਾ ਨਾਂ ਦਰਜ ਕਰਾ ਸਕਦਾ। ਤੇ ਮੇਰੇ ਤੋਂ ਬਾਅਦ ਸਾਡੀ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਮੈਂ ਬਾਈ ਸੁਖਵਿੰਦਰ ਸਿੰਘ ਨੂੰ ਅਪੀਲ ਕਰੂੰਗਾ
ਕਿ ਉਹ ਸਾਰੀ ਘਟਨਾ ਦੇ ਉੱਤੇ, ਸਾਰੇ ਘਟਨਾਕ੍ਰਮ ਦੇ ਉੱਤੇ ਆਪਣੀ ਜਿਹੜੀ ਪ੍ਰਤੀਕਿਰਿਆ, ਆਪਣੀ ਗੱਲਬਾਤ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਾਡੀ ਯੂਨੀਵਰਸਿਟੀ ਦੀ ਰੀਤ ਬਣ ਗਈ ਆ ਕਿ ਦੁਨੀਆ ਦੇ ਵਿੱਚ ਕਿਤੇ ਵੀ, ਤੇ ਖਾਸ ਕਰਕੇ ਇਸ ਭਾਰਤ ਦੇ ਵਿੱਚ ਜਿੱਥੇ ਇੱਕ ਫਾਸ਼ੀਵਾਦੀ ਨਿਜ਼ਾਮ ਯੂਨੀਵਰਸਿਟੀ ਦੇ ਵਿੱਚੋਂ ਪੰਜਾਬ ਦੀ ਰਵਾਇਤ ਦੇ ਮੁਤਾਬਕ ਉਹਦੇ ਖਿਲਾਫ ਆਵਾਜ਼ ਚੁੱਕੀ ਜਾਂਦੀ ਆ। ਤੇ ਅੱਜ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ, ਅੱਜ ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਦੇ ਵਿੱਚ ਵੀ ਵਿਦਿਆਰਥੀ ਜਿਹੜੇ ਆ ਉਹ ਸੜਕਾਂ ਤੇ ਉਤਰੇ ਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਵੇ, ਖਾਲਸਾ ਕਾਲਜ ਹੋਵੇ ਅੰਮ੍ਰਿਤਸਰ ਦਾ, ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ, ਹਰ ਇੱਕ ਥਾਂ ਦੇ ਉੱਤੇ ਇਹ ਵਿਰੋਧ ਹੋ ਰਹੇ ਆ ਵਿਦਿਆਰਥੀਆਂ ਵੱਲੋਂ। ਤਾਂ ਇਹ ਵਿਰੋਧ, ਇਹ ਸਪਸ਼ਟ ਸੁਨੇਹਾ ਅਸੀਂ ਉਸ ਸਰਕਾਰ ਨੂੰ ਤੇ ਉਸ ਸਰਕਾਰ ਨਾਲ ਜੁੜੇ ਲੋਕਾਂ ਨੂੰ ਤੇ ਉਹਨਾਂ ਪਾਰਟੀਆਂ ਨਾਲ ਜੁੜੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਸਾਡੇ 4 ਬੰਦੇ ਮਾਰੇ ਆ, 4 ਕਿ ਇਹ ਭਾਜਪਾ ਨੇ ਪਹਿਲਾ ਜਿਹੜਾ ਸਰੀਰਕ ਹਮਲਾ ਆ ਉਹ ਸਿੱਖਾਂ ਦੇ ਉੱਤੇ ਇਸ ਤਰ੍ਹਾਂ ਦਾ ਕੀਤਾ ਆ। ਉਸ ਦੀ ਭਾਜੀ ਮੋੜੀ ਵੀ ਗਈ ਆ, ਤੇ ਜਿਹੜੀ ਰਹਿੰਦੀ ਆ ਉਹ ਆਉਂਦੇ ਦਿਨਾਂ 'ਚ ਮੋੜੀ ਵੀ ਜਾਊਗੀ, ਕਿਉਂਕਿ ਇਹ ਸਾਡੀ ਰਵਾਇਤ ਆ। ਜੇ ਇੱਥੋਂ ਦਾ ਇਹ RSS ਦਾ ਸੰਘੀ ਨਿਜ਼ਾਮ, ਇਹ ਭਾਜਪਾ ਦੇ ਲੋਕ, ਜਿਵੇਂ ਉਹ ਮੰਤਰੀ ਕਹਿੰਦਾ ਸੀ ਉਸ ਦਿਨ ਕਿ ਮੈਂ MLA ਮੰਤਰੀ ਬਾਅਦ ਚੋਂ ਆ, ਪਹਿਲਾਂ ਮੈਂ ਗੁੰਡਾ ਆ, ਤੇ ਇਹ ਜਿਹੜੇ ਸਾਰੇ ਇੱਥੋਂ ਦੇ ਲੋਕ ਜਿਹੜੇ ਰਾਜ ਸੱਤਾ ਮਾਣ ਰਹੇ ਆ, ਜੋ ਸਾਨੂੰ ਕਹਿ ਰਹੇ ਆ ਕਿ ਅਸੀਂ ਗੁੰਡੇ ਆ, ਤਾਂ ਅਸੀਂ ਵੀ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਨੂੰ ਪਤਾ ਤੁਸੀਂ ਉਹ ਗੁੰਡੇ ਹੋ ਜਦੋਂ ਤੁਹਾਡੇ ਕੋਲ ਸੱਤਾ ਹੁੰਦੀ ਆ, ਜਦੋਂ ਤੁਹਾਡੇ ਕੋਲ ਰਾਜ ਹੁੰਦਾ ਆ, ਉਦੋਂ ਤੁਸੀਂ ਸਭ ਤੋਂ ਵੱਧ ਦੁਨੀਆ ਦੇ ਵਹਿਸ਼ੀ ਲੋਕ ਹੋ। ਪਰ ਜਦੋਂ ਤੁਹਾਨੂੰ ਸਾਹਮਣਿਓ ਕੋਈ ਤਾਕਤਵਰ ਆ ਕੇ ਟੱਕਰਦਾ, ਫਿਰ ਤੁਸੀਂ ਲੋਕ ਆਪਣੀਆਂ ਧੀਆਂ ਭੈਣਾਂ ਉਹਨਾਂ ਨੂੰ ਗਿਰਵੀ ਰੱਖਦੇ ਹੋ। ਅਸੀਂ ਜਾਣਦੇ ਆ ਤੁਹਾਡਾ ਇਤਿਹਾਸ, ਤੁਸੀਂ ਕੌਣ ਹੋ। ਤੇ ਅੱਜ ਜਦੋਂ ਤੁਹਾਡੇ ਕੋਲੇ ਸੱਤਾ ਤੇ ਤੁਸੀਂ 84 'ਚ ਸਾਡਾ ਕਤਲੇਆਮ ਕੀਤਾ, ਮੈਂ ਤਾਂ ਉਸ ਮੋਰਚੇ ਦੇ ਖਿਲਾਫ ਉਦੋਂ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਟਿੱਪਣੀ ਕੀਤੀ ਸੀ ਕਿ ਜੇ ਸਿੱਖ ਇਸ ਮੋਰਚੇ ਤੋਂ ਪਿੱਛੇ ਨਹੀਂ ਹਟਦੇ ਤਾਂ ਉਹ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦਾ ਖਿਆਲ ਕਰ ਲੈਣ। ਤਾਂ ਉਸ ਨੂੰ ਜਵਾਬ ਵੀ ਦਿੱਤਾ ਗਿਆ ਸੀ ਉਦੋਂ ਸਿੱਖ ਆਗੂਆਂ ਵੱਲੋਂ। ਪਰ ਅੱਜ ਜੋ ਇਸ ਭਾਜਪਾ ਦੇ ਮੰਤਰੀ ਨੇ ਤੇ ਉਸ ਦੇ ਮੁੰਡੇ ਨੇ ਕੀਤਾ ਆ, ਇਹ ਉਸੇ ਦੀ ਲਗਾਤਾਰਤਾ ਆ। ਇਹ ਲੋਕ ਸਾਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੇ ਆ ਕਿ ਜਿੱਥੇ ਇਹਨਾਂ ਦੀ ਭੀੜ ਵੱਧ ਆ, ਜਿੱਥੇ ਇਹਨਾਂ ਦੇ ਲੋਕ ਵੱਧ ਨੇ, ਕਿ ਉੱਥੇ ਇਹ ਸਿੱਖਾਂ ਨੂੰ ਕੀੜੇ ਮਕੌੜੇ ਬਣਾ ਕੇ ਰੱਖਣਗੇ। ਪਰ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ, ਕੱਲ੍ਹ ਵਾਲੀ ਘਟਨਾ ਤੋਂ ਹੀ ਇਹਨਾਂ ਨੂੰ ਇਹ ਸਮਝ ਲੱਗ ਜਾਣੀ ਚਾਹੀਦੀ ਆ ਕਿ ਸਿੱਖ ਦੀ ਫਿਤਰਤ ਕੀੜੇ ਮਕੌੜੇ ਵਾਂਗ ਜਾਂ ਗੁਲਾਮ ਹੋ ਕੇ ਰਹਿਣ ਦੀ ਨਹੀਂ ਆ। ਸਿੱਖ ਆਪਣੀ ਧੌਣ ਵਡਾ ਸਕਦਾ ਆ, ਪਰ ਸਿੱਖ ਕਿਸੇ ਦੀ ਗੁਲਾਮੀ ਪ੍ਰਵਾਨ ਨਹੀਂ ਕਰ ਸਕਦਾ। ਤੇ ਅਗਲੀ ਗੱਲ, ਕਿਸਾਨ ਸੰਘਰਸ਼ ਸਾਡੇ ਜਜ਼ਬਿਆਂ ਦੀ ਤਰਜਮਾਨੀ ਕਰਦਾ ਆ। ਕਿਸਾਨ ਸੰਘਰਸ਼ ਸਾਡੀਆਂ ਭਾਵਨਾਵਾਂ ਨਾਲ ਜੁੜਿਆ। ਅਸੀਂ ਨਵਰੀਤ ਵੀਰ ਵਰਗੇ ਕੱਲ ਜਿਹੜੇ 4 ਸਾਡੇ ਸ਼ਹੀਦ ਹੋਏ ਆ, ਅਸੀਂ ਅਨੇਕਾਂ ਜਾਨਾਂ ਇਸ ਸੰਘਰਸ਼ ਦੇ ਲਿਖੇ ਲਾਈਆਂ ਨੇ, ਪਰ ਇਹ ਸੰਘਰਸ਼ ਜਾ ਕਿੱਧਰ ਨੂੰ ਰਿਹਾ। ਅੱਜ ਇਹ ਲੋੜ ਆ ਕਿ ਵਿਦਿਆਰਥੀ ਵਰਗ, ਸਾਨੂੰ ਇਹ ਬੜਾ ਜ਼ਰੂਰੀ ਆ, ਜੇ ਅਸੀਂ ਇਸ ਨੂੰ ਡੂੰਘੀ ਵਿਚਾਰ ਨਹੀਂ ਕਰਾਂਗੇ ਕਿ ਹਾਲਾਤ ਕਿੱਧਰ ਨੂੰ ਜਾ ਰਹੇ ਆ, ਤਾਂ ਜਿਵੇਂ ਕੱਲ ਸੜਕ ਤੇ ਤੁਰੇ ਜਾਂਦਿਆਂ ਨੂੰ ਗੱਡੀ ਥੱਲੇ ਦੇ ਕੇ ਮਾਰਿਆ, ਤੁਹਾਨੂੰ ਕਿਤਾਬਾਂ ਪੜ੍ਹਦਿਆਂ ਨੂੰ ਵੀ ਉਹ ਮਾਰਨਗੇ, ਤੁਹਾਨੂੰ ਲਾਇਬ੍ਰੇਰੀਆਂ 'ਚੋਂ ਚੁੱਕ ਕੇ ਵੀ ਉਹ ਮਾਰਨਗੇ। ਤਾਂ ਅੱਜ ਇਹ ਸਮਾਂ ਆ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਵਿਚਾਰ ਸਿਰਜੀਏ। ਪੰਜਾਬ ਦੀਆਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ, ਪੰਜਾਬ ਦੀਆਂ ਸਾਰੇ ਯੂਨੀਵਰਸਿਟੀਆਂ ਦੇ ਵਿਦਿਆਰਥੀ, ਕਾਲਜਾਂ ਦੇ ਵਿਦਿਆਰਥੀ, ਅਸੀਂ ਇੱਕ ਡੂੰਘੀ ਵਿਚਾਰ ਸ਼ੁਰੂ ਕਰੀਏ ਕਿ ਇੰਨਾ ਸੰਘਰਸ਼ ਜਿਹਦੇ 'ਚ ਅਸੀਂ ਕਰੋੜਾਂ ਰੁਪਇਆ ਆਪਣਾ ਦਸਵੰਧ ਲਾਇਆ ਆ, ਅਸੀਂ ਇੰਨਾ ਸਮਾਂ ਲਾਇਆ, ਉਸ 'ਚ ਸਾਨੂੰ ਪ੍ਰਾਪਤੀ ਕੀ ਹੋ ਰਹੀ ਆ, ਅਸੀਂ ਸੰਘਰਸ਼ ਕਿੱਧਰ ਨੂੰ ਲੈ ਕੇ ਜਾ ਰਹੇ ਆ। ਸਾਨੂੰ ਇਹ ਗਿਲਾ ਆ। ਅੱਜ ਉੱਥੇ ਫੈਸਲਾ ਕਰ ਲਿਆ ਗਿਆ ਕਿ 45 ਲੱਖ ਰੁਪਇਆ ਜਿਹੜਾ ਆ ਉਸ ਤੇ ਸਮਝੌਤਾ ਕਰ ਲਿਆ ਗਿਆ। ਸਾਰਾ ਪੰਜਾਬ ਅੱਜ ਯੂਪੀ ਜਾਣ ਨੂੰ ਤਿਆਰ ਸੀ। ਮਸਲਾ ਸੀ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਕਾਲ ਦਿੰਦੇ ਤੇ ਕਿੱਥੇ ਉਹ ਲੋਕ ਸਾਨੂੰ ਡੱਕ ਸਕਦੇ ਸੀ। ਸਪੈਸ਼ਲ ਸਰਕੂਲਰ ਜਾਰੀ ਕਰਨਾ ਪਿਆ ਯੂਪੀ ਦੀ ਸਰਕਾਰ ਨੂੰ।
यूपी की सरकार ने भारत के निज़ाम ने मन्निया कि पंजाब ये सारे भारत के सूबे नालों एक वखरा आ। वो पंजाब नूं वो कहंदे आ, ये लोग आज़ादी मंगदे आ, ये लोग वखवाद की गल करदे आ। वखवाद तां सानूं वो दे रहे आ। अज वो स्पैशल सर्कुलर जारी करके कहंदे आ पंजाब दा कोई वसिंदा, पंजाब दा कोई रहण वाला वो यूपी च दाखिल नहीं होना चाहिए। ते फिर तुसीं ये गल सानूं मंनदे हो, असीं कहने आ दो सानूं वीज़े, असीं वीज़े लैके आया करांगे, सानूं लोड़ भी की आ तुहाडे कोल आउण दी। तां ये मसला आ कि अज विद्यार्थी जिहड़ा आ वो इन्हां गल्लां नूं समझे। साडा कतलेआम 84 तो लगातार असीं किहਨਾਂ ਨਾਲ लड़ के लड़ाई लड़नी आ। जे असीं ये नहीं विचारांगे तां तुसीं इस सियासत दा जिहड़ा फोडर हुंदा आ, जिहड़ा कि बालण हुंदा आ, तुसीं ਉਹ बन के रह जाओगे। ਤਾਂ ਅੱਜ ਇਹ ਸਾਡਾ ਅਸੀਂ ਜੋ ਇਹ ਸੋਚਿਆ ਸੀ ਕਿ ਵਿਦਿਆਰਥੀਆਂ ਦੇ ਵਿੱਚ ਇਹ ਵਿਚਾਰ ਸ਼ੁਰੂ ਹੋਵੇ। ਜੋ ਲਖੀਮਪੁਰ ਦੇ ਵਿੱਚ ਹੋਈ ਘਟਨਾ ਨਾ, ਉਹਨੂੰ ਤੁਸੀਂ ਆਪਣੇ ਨਜ਼ਰੀਏ ਨਾਲ ਕਿਵੇਂ ਦੇਖਦੇ ਹੋ? ਦੇਖੋ ਇਹ ਜਿਹੜਾ ਕੱਲ੍ਹ ਇਹ ਘਟਨਾ ਵਾਪਰੀ ਆ, ਉਹ ਸਿਰਫ ਕੱਲ੍ਹ ਦੀ ਘਟਨਾ ਨਹੀਂ ਮਹਿਜ਼, ਉਸ ਤੋਂ ਪਹਿਲਾਂ ਇੱਕ ਪੂਰਾ ਮਾਹੌਲ ਸਿਰਜਿਆ ਗਿਆ। ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜਾ ਕੇਂਦਰੀ ਮੰਤਰੀ ਆ ਉਹ ਉਸ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ। ਉਹ ਇਹ ਸਿੱਧੀ ਧਮਕੀ ਦੇ ਰਿਹਾ ਕਿਸਾਨਾਂ ਨੂੰ ਕਿ ਜੇ ਤੁਸੀਂ ਮੇਰਾ ਵਿਰੋਧ ਕਰੋਗੇ ਤਾਂ ਮੈਂ ਮੰਤਰੀ MP ਬਾਅਦ ਚੋਂ ਮੈਂ ਗੁੰਡਾ ਆ ਪਹਿਲਾਂ। ਤਾਂ ਇਹ ਤਾਂ ਦੁਨੀਆ ਨੂੰ ਤਾਂ ਪਤਾ ਹੀ ਆ ਕਿ ਇਹ ਸਰਕਾਰ ਜਿਹੜੀ ਅੱਜ ਭਾਰਤ 'ਤੇ ਰਾਜ ਕਰ ਰਹੀ ਆ, ਇਹ ਲੋਕਾਂ ਦੀ ਸਰਕਾਰ ਨਹੀਂ, ਗੁੰਡਿਆਂ ਦੀ ਸਰਕਾਰ ਆ। ਤੇ ਉਹ ਬੰਦਾ ਉਸ ਤੋਂ ਬਾਅਦ ਜਦੋਂ ਕਿਸਾਨ ਉਹਦਾ ਵਿਰੋਧ ਕਰ ਰਹੇ ਆ, ਹੁਣ ਸਾਰੀ ਘਟਨਾ ਜਿਹੜੀ ਆ ਉਹ ਜਦੋਂ ਸਾਡੇ ਸਾਹਮਣੇ ਆਈ ਆ ਕਿ ਉੱਥੇ ਚਸ਼ਮਦੀਦਾਂ ਨੇ ਦੱਸਿਆ ਕਿ ਵਿਰੋਧ ਕਰ ਰਹੇ ਸੀ, ਉਹ ਕਿਸੇ ਹੋਰ ਚੋਰ ਗਲੀ ਤੋਂ ਨਿਕਲ ਗਿਆ ਤੇ ਜਦੋਂ ਕਿਸਾਨਾਂ ਨੂੰ ਇਹ ਲੱਗਿਆ ਵੀ ਕਾਲੇ ਝੰਡੇ ਲੈ ਕੇ ਵਿਰੋਧ ਕਰਦੇ ਸੀ ਕਿ ਉਹ ਖਤਮ ਹੋ ਗਿਆ ਤੇ ਉਹ ਘਰਾਂ ਨੂੰ ਵਾਪਸ ਜਾ ਰਹੇ ਸੀ। ਤਾਂ ਉਹ ਜਦੋਂ ਵਾਪਸੀ ਤੇ ਜਾ ਰਹੇ ਸੀ ਉਦੋਂ ਉਹ ਪਿੱਛੋਂ ਬੰਦਾ ਗੱਡੀ ਲੈ ਕੇ ਆਉਂਦਾ ਪੂਰੇ ਪਲੈਨਡ ਤਰੀਕੇ ਦੇ ਨਾਲ, ਤੇ ਉਹ ਜ਼ਿਗ ਜ਼ੈਗ ਕਰਦਾ, ਕਦੇ ਇੱਧਰ ਮਾਰਦਾ ਹੈ ਕਦੇ ਉੱਧਰ ਮਾਰਦਾ ਆ, ਤੇ ਉਹ ਕਿੰਨੇ ਲੋਕਾਂ ਨੂੰ ਜਿਹੜਾ ਉਹ ਗੱਡੀ ਥੱਲੇ ਦੇ ਕੇ ਮਾਰਦਾ। ਤਾਂ ਦੇਖੋ ਹਮਲਾ ਤਲਵਾਰ ਨਾਲ ਵੀ ਹੁੰਦਾ ਆ, ਹਮਲਾ ਬੰਦੂਕ ਨਾਲ ਵੀ ਹੁੰਦਾ, ਕਿਸੇ ਵੀ ਹਥਿਆਰ ਨਾਲ ਹੋ ਸਕੇ। ਤਾਂ ਇੱਥੇ ਉਹਨਾਂ ਨੇ ਕਾਰਾਂ ਨੂੰ ਹਥਿਆਰ ਵਜੋਂ ਵਰਤਿਆ ਤੇ ਇਹ ਇੱਕ ਹਮਲਾ ਆ ਜਿਹੜਾ ਕਿਸਾਨਾਂ ਤੇ ਖਾਸ ਕਰਕੇ ਇਹ ਹਮਲਾ ਸਿੱਖ ਕਿਸਾਨੀ ਤੇ ਕੀਤਾ ਗਿਆ। ਦੇਖੋ ਇਹ ਸਾਰੀ ਜ਼ਮੀਨ ਇਹ ਬੇਆਬਾਦ ਸੀ। ਸਿੱਖ ਪਾਕਿਸਤਾਨ ਦੇ ਵਿੱਚ ਆਪਣੀ ਲੱਖਾਂ ਗੁਣਾ ਚੰਗੀ ਜ਼ਮੀਨ ਜਿਹੜੀ ਆ ਉਹ ਇਹਨਾਂ ਦੇ ਭਰੋਸੇ ਤੇ, ਇਸ ਦੇਸ਼ ਦੇ ਆਗੂਆਂ ਦੇ ਭਰੋਸੇ ਤੇ 47 'ਚ ਛੱਡ ਕੇ ਆਏ ਸੀ। ਫਿਰ ਜਦੋਂ ਇੱਥੇ ਆਏ ਤਾਂ ਇਹਨਾਂ ਦੀਆਂ ਬੰਜਰ ਜ਼ਮੀਨਾਂ ਜਿਹੜੀਆਂ ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਬਾਦ ਕਰੋ, ਫਿਰ ਸਿੱਖ ਉਹਨਾਂ ਜ਼ਮੀਨਾਂ 'ਚ ਗਏ ਤੇ ਉਹ ਆਬਾਦ ਕੀਤੀਆਂ। ਉਹ ਤਰਾਈ ਦਾ ਇਲਾਕਾ ਜਿੱਥੇ ਕਹਿੰਦੇ ਬੰਦਾ ਦਿਨ 'ਚ ਨਾ ਰਾਤ 'ਚ ਨਿਕਲ ਨਹੀਂ ਸੀ ਸਕਦਾ, ਉਹ ਇੰਨਾ ਖੁੰਖਾਰ ਜੰਗਲ ਸੀ, ਉਸ ਇਲਾਕੇ ਨੂੰ ਜਿਹੜਾ ਆਬਾਦ ਕੀਤਾ। ਪਰ ਹੁਣ ਇਹ ਸਿੱਖ ਉਹਨਾਂ ਨੂੰ ਚੁੱਭ ਰਹੇ ਆ, ਕਦੇ ਉਹ ਗੁਜਰਾਤ 'ਚੋਂ ਕਦੇ ਉਹ UP 'ਚੋਂ, ਜਿੱਥੇ ਸਿੱਖ ਜਾ ਕੇ ਬੈਠੇ ਉਹਨਾਂ ਨੂੰ ਉੱਥੋਂ ਉਜਾੜਨਾ ਚਾਹੁੰਦੇ ਆ। ਤੇ ਜਦੋਂ ਹੁਣ ਸਿੱਖ ਕਿਸਾਨ ਸੰਘਰਸ਼ ਦੇ ਵਿੱਚ ਉਹ ਆਪਣਾ ਸਿਰ ਤਲੀ ਤੇ ਰੱਖ ਕੇ ਤੇ ਇੱਕ ਵੱਡੀ ਸਰਕਾਰ ਨਾਲ ਟੱਕਰ ਲੈ ਰਹੇ, ਤਾਂ ਉਹਨਾਂ ਨੂੰ ਲੱਗ ਰਿਹਾ ਵੀ ਇਹ ਸਾਡੇ ਸਾਹਮਣੇ ਕਿਵੇਂ ਬੋਲ ਸਕਦੇ ਆ। ਤਾਂ ਉਹਦੇ ਵਿੱਚੋਂ ਫਿਰ ਇਹ ਸਿੱਖਾਂ ਤੇ ਹਮਲਾ ਕੀਤਾ ਗਿਆ ਤੇ 4 ਸਿੱਖ ਕੱਲ੍ਹ ਉੱਥੇ ਜਿਹੜੇ ਆ ਸਿੱਖ ਕਿਸਾਨ ਜਿਹੜੇ ਆ ਉਹ ਸ਼ਹੀਦ ਕੀਤੇ ਗਏ ਆ। ਤੇ ਇਹ ਗੱਲ ਉਵੇਂ ਹੀ ਆ ਜਿਵੇਂ 84 'ਚ ਜਦੋਂ ਸਿੱਖ ਧਰਮ ਯੁੱਧ ਮੋਰਚੇ ਦੇ ਵਿੱਚ ਉਹ ਆਪਣੀਆਂ ਹੱਕੀ ਮੰਗਾਂ ਲਈ ਕਿ ਸੂਬਿਆਂ ਦੇ ਵੱਧ ਅਧਿਕਾਰਾਂ ਲਈ ਲੜਾਈ ਲੜ ਰਹੀ ਸੀ, ਤਾਂ ਉਦੋਂ ਇੰਦਰਾ ਗਾਂਧੀ ਜਿਹੜੀ ਭਾਰਤ ਦੀ ਪ੍ਰਧਾਨ ਮੰਤਰੀ ਸੀ, ਉਹਨੇ ਇਹ ਗੱਲ ਕਹੀ ਸੀ ਵੀ ਜੇ ਸਿੱਖਾਂ ਨੇ ਇਹ ਗੱਲ ਨਾ ਛੱਡੀ, ਇਹ ਸੰਘਰਸ਼ ਕਰਨੋਂ ਨਾ ਹਟੇ, ਤਾਂ ਉਹ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦਾ ਖਿਆਲ ਕਰ ਲੈਣ। ਤਾਂ ਇਹ ਲੋਕ ਇਹੀ ਮਾਨਸਿਕਤਾ ਉਦੋਂ ਕਾਂਗਰਸ ਦੀ ਜਿਹੜੀ ਆ ਉਹ ਕਾਂਗਰਸ ਦੀ ਸੀ, ਵੈਸ਼ੀ ਮਾਨਸਿਕਤਾ, ਉਹੀ ਅੱਜ ਭਾਜਪਾ ਦੀ ਆ। ਤਾਂ ਇਹ ਜਿਹੜਾ ਨਿਜ਼ਾਮ ਭਾਰਤ ਦਾ ਆ ਉਹ ਸਿੱਖਾਂ ਨੂੰ ਲਗਾਤਾਰ ਸਿੱਖਾਂ ਦਾ ਕਤਲੇਆਮ ਕਰਦਾ ਆ ਰਿਹਾ। ਇਸ ਤੋਂ ਪਹਿਲਾਂ ਜਿਹੜੇ ਹਮਲੇ ਵੀ ਹੋਏ ਆ, ਆਪਾਂ ਦੇਖਦੇ ਆ ਸ਼ਬਦੀ ਹਮਲੇ ਜਿਹਨੂੰ ਕਹਿੰਦੇ ਆ, ਅੱਤਵਾਦੀ ਵੀ ਕਿਹਾ ਜਾਂਦਾ, ਮਾਓਵਾਦੀ ਵੀ ਕਿਹਾ ਜਾਂਦਾ, ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਉਹ ਤਾਂ ਸਪਸ਼ਟ ਆ। ਹੁਣ ਅੱਤਵਾਦੀ ਕੌਣ ਆ? ਅੱਜ ਕਿਸੇ ਨੂੰ ਵੀ ਕਿਸੇ ਅਖਬਾਰ ਨੇ ਮੰਤਰੀ ਦੇ ਮੁੰਡੇ ਨੂੰ ਅੱਤਵਾਦੀ ਨਹੀਂ ਲਿਖਿਆ। ਅੱਤਵਾਦ ਕੀ ਹੁੰਦਾ? ਟੈਰਰ ਫੈਲਾਉਣਾ। ਤੇ ਉਹ ਕੀ ਟੈਰਰ ਨਹੀਂ ਫੈਲਾ ਰਿਹਾ, ਉਹ ਲਿਆ ਕੇ ਗੱਡੀ ਤੇ ਉਹਦੇ ਤੇ ਚੜਾਉਂਦਾ ਆ। ਤੇ ਇਹ ਕੀ ਆ? ਮੀਡੀਆ ਦਾ ਨੈਰੇਟਿਵ ਹੁੰਦਾ। ਅੱਜ BD ਪਾਂਡੇ ਦੀ ਕਿਤਾਬ ਆਈ ਆ, BD ਪਾਂਡੇ ਗਵਰਨਰ ਸੀ ਇੰਡੀਆ ਦਾ, ਉਹਨੇ ਸਪਸ਼ਟ ਲਿਖਿਆ ਕਿ 84 ਤੋਂ ਪਹਿਲਾਂ ਮੀਡੀਆ ਦੇ ਰਾਹੀਂ, ਪ੍ਰੋਪੇਗੰਡਾ ਦੇ ਰਾਹੀਂ ਇੱਕ ਮਾਹੌਲ ਸਿਰਜਿਆ ਗਿਆ ਅਟੈਕ ਕਰਾਉਣ ਦੇ ਲਈ, ਜਦ ਕਿ ਉਹ ਸਾਰੀਆਂ ਗੱਲਾਂ ਝੂਠੀਆਂ ਸੀ। ਇਸੇ ਤਰ੍ਹਾਂ ਜਿਹੜਾ ਇਹ ਇਸ ਵਾਰ ਮਤਲਬ ਤੁਸੀਂ ਦੇਖੋ ਅੱਜ ਦੀਆਂ ਜਿਹੜੀਆਂ ਅਖਬਾਰਾਂ ਨੇ, ਉਹਨਾਂ ਸਾਰੀਆਂ ਅਖਬਾਰਾਂ ਦੇ ਵਿੱਚ ਇਹਨੂੰ ਇੱਕ ਹਾਦਸੇ ਵਾਂਗ ਪੇਸ਼ ਕੀਤਾ ਗਿਆ ਕਿ ਹਾਦਸਾ ਹੋਇਆ ਤੇ ਉਸ ਤੋਂ ਬਾਅਦ ਹਿੰਸਾ ਹੋਈ, ਜਦ ਕਿ ਹਾਦਸਾ ਨਹੀਂ, ਇੱਕ ਹਮਲਾ ਸੀ। ਤੇ ਉਸ ਭਗਵੇਂ ਅੱਤਵਾਦ ਨੂੰ, ਜਿਹੜਾ ਇਹ ਭਗਵਾਂ ਅੱਤਵਾਦ ਕਦੇ ਸਾਧਵੀ ਪ੍ਰਗਿਆ ਦੇ ਰੂਪ 'ਚ ਸਾਹਮਣੇ ਆਉਂਦਾ, ਕਦੇ ਪੁਰੋਹਿਤ ਦੇ ਰੂਪ 'ਚ ਸਾਹਮਣੇ ਆਉਂਦਾ ਆ, ਪਰ ਇਸ ਭਗਵੇਂ ਅੱਤਵਾਦ ਨੂੰ ਕਿਸੇ ਮੀਡੀਆ ਦੀ ਜ਼ਰੂਰਤ ਨਹੀਂ ਕਿ ਉਹਨੂੰ ਅੱਤਵਾਦ ਲਿਖ ਸਕੇ। ਮਸਲਾ ਇਹੀ ਆ। ਸਰਕਾਰ ਦੇ ਵੱਲੋਂ ਜੋ ਰਾਹਤ ਦਿੱਤੀ ਗਈ ਹੈ ਪਰਿਵਾਰਾਂ ਨੂੰ, ਲੱਗਦਾ ਕਿ ਵੀ ਉਹ ਜਸਟੀਫਾਈ ਹੁੰਦੀ ਹੈ ਪਰਿਵਾਰ ਦੇ ਲਈ? ਦੇਖੋ ਇਹ ਰਾਹਤ
ਤੁਸੀਂ ਮੈਂ ਤੁਹਾਨੂੰ ਦੱਸਦਾ ਉਹ ਰਾਹਤ ਨੂੰ ਕਿਵੇਂ ਦੇਖ ਰਹੇ। ਅੱਜ ਬੀਜੇਪੀ ਦਾ ਆਈਟੀ ਸੈੱਲ ਇੱਕ ਚੀਜ਼ ਪ੍ਰੋਪੇਗੇਟ ਕਰ ਰਿਹਾ ਟਵਿੱਟਰ ਤੇ। ਉਹ ਇੱਕ ਸਕੋਰਪੀਓ ਗੱਡੀ ਦਾ ਕਾਰਟੂਨ ਬਣਾ ਕੇ ਉਹਦੇ ਥੱਲੇ ਇੱਕ ਕੁੱਤੇ ਨੂੰ ਮਰਿਆ ਦਿਖਾ ਕੇ ਕਿ ਗੱਡੀ ਉਹਦੇ ਉੱਤੋਂ ਲੰਘਦੀ ਆ, ਤੇ ਉਹ ਲਿਖ ਰਿਹਾ ਕਿ ਮੋਦੀ ਜੀ ਇਹ ਕੁੱਤਾ ਮੇਰੀ ਗੱਡੀ ਥੱਲੇ ਆ ਕੇ ਮਰ ਗਿਆ ਤੇ ਇਹਨੂੰ ਮੁਆਵਜ਼ਾ ਦਿਓ। ਤਾਂ ਉਹ ਲੋਕ ਤਾਂ ਸਾਡਾ ਇਸ ਤਰ੍ਹਾਂ ਮਜ਼ਾਕ ਉਡਾ ਰਹੇ। ਉਹ ਪੈਸੇ ਕਿੱਥੋਂ ਆਉਣੇ ਆ? ਉਹ ਸਾਡੀਆਂ ਜੇਬਾਂ 'ਚ ਹੀ ਪੈਸੇ ਗਏ ਆ। ਸਾਡੇ ਬੰਦਿਆਂ ਨੂੰ ਮਾਰ ਕੇ ਤੇ ਸਾਨੂੰ ਉਹਨਾਂ ਪੈਸਿਆਂ ਦੇ ਸਹਾਰੇ ਸਾਨੂੰ ਖਰੀਦਣ ਦੀ ਕੋਸ਼ਿਸ਼ ਆ। ਅਸੀਂ ਆਪਣੀ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਤੇ ਵੀ ਇਹ ਗਿਲਾ ਕਰਦੇ ਆ। ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਦੇ ਫੈਸਲੇ ਲਗਾਤਾਰ ਸੰਘਰਸ਼ ਨੂੰ ਕਮਜ਼ੋਰ ਕਰ ਰਹੇ ਆ। ਇਹ ਸਰਕਾਰ ਕਮਜ਼ੋਰ ਲੋਕਾਂ ਅੱਗੇ ਝੁਕਣ ਵਾਲੀ ਨਹੀਂ। ਇਹ ਸਰਕਾਰ ਨੂੰ ਤੁਹਾਨੂੰ ਆਪਣੀ ਤਾਕਤ ਦਿਖਾਉਣੀ ਪੈਣੀ ਆ। ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਜਿਵੇਂ ਅੱਜ ਇਹ ਫੈਸਲਾ ਕੀਤਾ 45 ਲੱਖ ਦੇ ਉੱਤੇ ਜਾਂ ਸਰਕਾਰੀ ਨੌਕਰੀਆਂ ਤੇ, ਅਸੀਂ ਸਰਕਾਰੀ ਨੌਕਰੀਆਂ ਲੈਣ ਲਈ 45 ਲੱਖ ਲੈਣ ਲਈ ਆਪਣੇ ਪੁੱਤ ਨਹੀਂ ਉੱਥੇ ਮਰਵਾ ਰਹੇ ਜਾਂ ਅਸੀਂ ਸਾਡੇ ਨੌਜਵਾਨ ਉੱਥੇ ਸ਼ਹੀਦ ਨਹੀਂ ਹੋ ਰਹੇ। ਮਸਲਾ ਇਹ ਆ ਕਿ ਸਰਕਾਰ ਜਿਹੜੀ ਆ ਉਹਦਾ ਰਵੱਈਆ ਆ ਉਹਨੂੰ ਚੈਲੰਜ ਕਰਨ ਦਾ। ਸਰਕਾਰ ਨੇ ਬੰਦੇ ਤੁਹਾਡੇ ਮਾਰੇ, ਜੇ ਤੁਸੀਂ ਉਸੇ ਸਰਕਾਰ ਤੋਂ ਫਿਰ 45 ਲੱਖ ਲੈ ਕੇ ਇਹ ਕਹੋ ਕਿ ਇਨਸਾਫ ਹੋ ਗਿਆ ਜਾਂ ਸਮਝੌਤਾ ਹੋ ਗਿਆ ਤਾਂ ਅਸੀਂ ਇਹਦੇ ਨਾਲ ਬਿਲਕੁਲ ਵਾਸਤਾ ਨਹੀਂ ਰੱਖਦੇ। ਕਿਸਾਨ ਜਥੇਬੰਦੀਆਂ ਨੇ ਐਲਾਨ ਵੀ ਕੀਤਾ ਨਾ ਕਿ ਵੀ 8 ਦਿਨਾਂ ਦੇ ਅੰਦਰ ਦੋਸ਼ੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ, ਨਹੀਂ ਤਾਂ ਅਗਲਾ ਐਕਸ਼ਨ ਪਲਾਨ ਹੋਵੇਗਾ। ਹੁਣ ਇਹ ਵੀ ਇੱਕ ਵੱਡਾ ਸਵਾਲ ਆ। ਇਹ ਹੁੰਦਾ ਹਮੇਸ਼ਾ ਸੰਘਰਸ਼ ਨੂੰ ਠੰਡਾ ਕਰਨ ਦੇ ਤਰੀਕੇ। ਤੁਸੀਂ ਦੇਖੋ ਕਿ ਅੱਜ ਲੋਕ ਜਿਹੜੇ ਆ ਉਹਨਾਂ ਦੇ ਇੱਕ ਜਜ਼ਬਾਤ ਨੇ। ਲੋਕ ਚਾਹੁੰਦੇ ਅੱਜ ਸਾਰਾ ਪੰਜਾਬ ਯੂਪੀ ਪਹੁੰਚਣ ਨੂੰ ਤਿਆਰ ਸੀ। ਕਿਸਾਨ ਜਥੇਬੰਦੀਆਂ ਦੇ ਆਗੂ, ਮਸਲਾ ਇਹ ਹੁੰਦਾ ਕਿ ਕੋਈ ਹੋਰ ਬੰਦਾ ਕਹੇ ਕਿ ਤੁਸੀਂ ਕਹਿ ਦਿਓ, ਅਸੀਂ ਨਹੀਂ ਨਾ ਕਹਿ ਸਕਦੇ। ਲੀਡਰਸ਼ਿਪ ਉਹਨਾਂ ਕੋਲ ਆ। ਤਾਂ ਅੱਜ ਉਹਨਾਂ ਦੀ ਇਹ ਜ਼ਿੰਮੇਵਾਰੀ ਸੀ ਕਿ ਉਹ ਲੋਕਾਂ ਨੂੰ ਇਹ ਕਾਲ ਦਿੰਦੇ ਕਿ ਹਾਂ ਤੁਸੀਂ ਆਓ ਅਸੀਂ ਉੱਥੇ ਇਕੱਠੇ ਹੋਈਏ। ਪਰ ਸਰਕਾਰ ਨੂੰ ਵੀ ਪਤਾ ਲੱਗ ਗਿਆ ਕਿ ਪੰਜਾਬ ਤੋਂ ਵੱਡੀ ਗਿਣਤੀ 'ਚ ਲੋਕ ਆਉਣ ਲਈ ਤਿਆਰ ਨੇ। ਪਰ ਸਰਕਾਰ ਨੇ ਦੇਖੋ ਸਰਕੂਲਰ ਜਾਰੀ ਕੀਤੇ ਕਿ ਪੰਜਾਬ ਦੇ ਲੋਕਾਂ ਨੂੰ ਇੱਥੇ ਨਾ, ਸਰਕਾਰ ਪੰਜਾਬ ਨੂੰ ਵੱਖ ਕਰ ਰਹੀ ਹੈ। ਉਹ ਜਦ ਕਿ ਸਾਨੂੰ ਕਹਿੰਦੇ ਆ ਵੀ ਸਿੱਖ ਵੱਖਵਾਦੀ ਨੇ। ਹਿੰਦੁਸਤਾਨ ਦੀ ਸਰਕਾਰ ਸਾਨੂੰ ਖੁਦ ਵੱਖ ਕਰ ਰਹੀ ਹੈ ਕਿ ਪੰਜਾਬ ਦੇ ਲੋਕ ਇੱਥੇ ਐਂਟਰ ਨਾ ਹੋਣ। ਤਾਂ ਇੱਥੇ ਜਿਹੜਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਮਜ਼ੋਰੀ ਦਿਖਾਈ ਆ। ਅੱਜ ਜਿਹੜਾ ਇਹ ਲੋਕਾਂ ਦਾ ਰੋਹ ਸੀ, ਜੇ ਸਾਡੇ ਮੁੰਡੇ ਮਰਾ ਕੇ ਵੀ ਅਸੀਂ ਇਸੇ ਤਰ੍ਹਾਂ ਸ਼ਾਂਤੀ ਦੀਆਂ ਫਿਰ ਉਹਨਾਂ ਪੁਲਿਸ ਵਾਲਿਆਂ ਦੇ ਨਾਲ ਜਾਂ ਉਹਨਾਂ ਲੋਕਾਂ ਦੇ ਨਾਲ ਸਰਕਾਰਾਂ ਦੇ ਨਾਲ ਬੈਠ ਕੇ ਸਮਝੌਤੇ ਕਰਨੇ ਆ, ਇਹ ਕੋਈ ਸਮਝੌਤੇ ਨਹੀਂ ਹੁੰਦੇ। ਉਹ ਤੁਹਾਡੇ ਬੰਦਿਆਂ ਨੂੰ ਮਾਰ ਕੇ ਤੇ ਤੁਹਾਨੂੰ ਇਦਾਂ ਤਾਂ ਫਿਰ ਜ਼ਮੀਨਾਂ ਵੀ ਤਾਂ ਉਹ ਪੈਸਿਆਂ ਦੇ ਵੱਟੇ ਲੈਣ ਨੂੰ ਫਿਰਦੇ ਆ ਨਾ। ਮਤਲਬ ਤੁਸੀਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਏ ਗਏ ਫੈਸਲੇ ਦੇ ਨਾਲ ਸੈਟੀਸਫਾਈ? ਬਿਲਕੁਲ ਨਹੀਂ। ਇਹ ਕੋਈ ਵੀ ਜਿਹੜਾ ਦਿਲੋਂ ਕੋਈ ਪਾਰਟੀ ਦੇ ਨਾਲ ਜੁੜਿਆ ਹੋਵੇ, ਕੋਈ ਜਥੇਬੰਦੀ ਦੇ ਨਾਲ ਜੁੜਿਆ ਹੋਵੇ, ਉਹ ਸੈਟੀਸਫਾਈ ਹੋ ਸਕਦਾ। ਪਰ ਦਿਲੋਂ 45 ਲੱਖ ਨਾਲ ਨਾ ਉਸ ਪੁੱਤ ਦੀ ਮਾਂ ਸੈਟੀਸਫਾਈ ਹੋ ਸਕਦੀ ਆ, ਨਾ ਕੋਈ ਵੀ ਉਹ ਬੰਦਾ ਸੈਟੀਸਫਾਈ ਹੋ ਸਕਦਾ ਜਿਹੜਾ ਸੰਘਰਸ਼ ਨਾਲ ਦਿਲੋਂ ਜੁੜਿਆ। ਕਿਸਾਨ ਜਥੇਬੰਦੀਆਂ ਨੂੰ ਕੀ ਮੈਸੇਜ ਹੈ ਤੁਹਾਡਾ? ਕਿਸਾਨ ਜਥੇਬੰਦੀਆਂ ਨੂੰ ਸਾਡਾ ਇਹ ਸਪਸ਼ਟ ਮੈਸੇਜ ਆ ਕਿ ਉਹ ਸਟਰੋਂਗ ਪ੍ਰੋਗਰਾਮ ਦੇਣ। ਇਹ ਲੜਾਈ ਅਸੀਂ ਲੰਬੇ ਸਮੇਂ ਤੋਂ ਲੜ ਰਹੇ ਹਾਂ। ਸਾਡੇ 700-800 ਦੇ ਕਰੀਬ ਬੰਦਾ ਸਾਡਾ ਇਸ ਸੰਘਰਸ਼ ਦੇ ਵਿੱਚ ਮਾਰਿਆ ਗਿਆ ਆ। ਤੇ ਬੰਦੇ ਜਿਹੜੇ ਆ ਉਹ ਸਾਡੇ ਇੱਕ ਸਲੋ ਪੋਇਜ਼ਨ ਆ, ਜਿਹਦੇ ਨਾਲ ਸੰਘਰਸ਼ ਵੀ ਹੌਲੀ ਹੌਲੀ ਜਿਹੜਾ ਆ ਮੱਧਮ ਪੈ ਰਿਹਾ ਤੇ ਸਰਕਾਰ ਮਜ਼ਬੂਤ ਹੋ ਰਹੀ ਆ ਤੇ ਸਾਡੇ ਬੰਦੇ ਜਿਹੜੇ ਆ ਉਹ ਮਰ ਰਹੇ ਆ। ਤਾਂ ਇੱਥੇ ਲੋੜ ਆ ਕਿ ਕਿਸਾਨ ਜਥੇਬੰਦੀਆਂ ਕੋਈ ਵੱਡਾ ਸਖਤ ਪ੍ਰੋਗਰਾਮ ਜਿਹੜਾ ਆ ਉਹ ਦੇਣ ਤੇ ਲੋਕਾਂ ਨੂੰ ਵੰਗਾਰ ਪਾਉਣ। ਸਾਨੂੰ ਇਹ ਪੂਰੀ ਆਸ ਆ ਕਿ ਜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਲੱਤਾਂ 'ਚ ਦਮ ਹੋਵੇ ਤਾਂ ਲੋਕਾਂ 'ਚ ਬਹੁਤ ਦਮ ਆ, ਉਹ ਸਰਕਾਰ ਨੂੰ ਝੁਕਾ ਲੈਣਗੇ।